ਤੁਹਾਡੇ ਸਾਰਿਆਂ ਦਾ ਆਉਣ ਲਈ ਬਹੁਤ-ਬਹੁਤ ਸ਼ੁਕਰੀਆ। ਇਹ ਸਾਡੇ ਕੋਲੋਂ ਛੋਟੀ ਜਿਹੀ ਭੇਟ। ਇਹਦੀ ਕੀ ਲੋੜ ਸੀਗੀ? ਜੀ ਭੂਆ ਜੀ ਚਾਹते ਸੀ ਕਿ ਕੋਈ ਵੀ ਘਰ ਤੋਂ ਖਾਲੀ ਹੱਥ ਵਾਪਸ ਨਾ ਜਾਵੇ ਤੇ ਤੁਸੀਂ ਬਸ ਨਾ ਕਰਿਓ। ਚਲੋ ਜੇ ਤੁਸੀਂ ਇੰਨਾ ਕਹਿ ਰਹੇ ਹੋ ਤਾਂ ਰੱਖ ਲੈਂਦੇ ਆ। ਬਾਕੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਚਲੋ ਜਿਵੇਂ ਵੀ ਕਰਕੇ ਇਸ ਘਰ ਨੂੰ ਬੱਚਾ ਤਾਂ ਨਸੀਬ ਹੋ ਰਿਹਾ ਹੈ ਨਾ। ਉਹ ਤਾਂ ਠੀਕ ਹੈ ਭੈਣੇ, ਕੀ ਹੋਇਆ ਜੇ ਬੱਚਾ ਕਰਨ ਤੇ ਮੋਨਾ ਦਾ ਹੈ, ਉਹਨਾਂ ਨੂੰ ਔਲਾਦ ਦਾ ਸੁੱਖ ਤਾਂ ਮਿਲ ਰਿਹਾ ਹੈ ਨਾ। ਦੀਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਇਹ ਬੱਚਾ ਮੇਰਾ ਤੇ ਕਰਨ ਜੀ ਦਾ ਹੈ। ਮੋਨਾ ਉਸ ਬੱਚੇ ਦੀ ਸਰੋਗੇਟ ਮਦਰ ਹੈ ਬਸ। ਸਾਨੂੰ ਸੈਰੋਗੇਟ ਦਾ ਤਾਂ ਨਹੀਂ ਪਤਾ, ਸਾਨੂੰ ਤਾਂ ਬਸ ਇੰਨਾ ਪਤਾ ਹੈ ਕਿ ਜੋ ਮਾਂ ਬੱਚਾ ਜੰਮਦੀ ਹੈ ਬੱਚਾ ਸਿਰਫ ਉਸੇ ਦਾ ਹੀ ਹੁੰਦਾ ਹੈ। ਇਹ ਸਾਰੀਆਂ ਪੁਰਾਣੀਆਂ ਗੱਲਾਂ ਨੇ ਦੀਦੀ, ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਬੱਚਾ ਕੌਣ ਜੰਮ ਰਿਹਾ ਹੈ। ਸੱਚ ਤਾਂ ਇਹ ਹੈ ਕਿ ਇਹ ਬੱਚਾ ਅੱਧਾ ਮੇਰਾ ਤੇ ਅੱਧਾ ਕਰਨ ਜੀ ਦਾ ਹੈ ਤੇ ਸਿਰਫ ਮੇਰਾ ਤੇ ਕਰਨ ਜੀ ਦਾ ਅੰਸ਼ ਹੈ। ਤੁਹਾਡਾ ਕੀ ਮਤਲਬ ਹੈ? ਨਿਆਣੇ ਨੂੰ ਪਤਾ ਨਹੀਂ ਚੱਲੂਗਾ ਕਿ ਇਹਦੀ ਅਸਲੀ ਮਾਂ ਕੌਣ ਹੈ? ਉਸ ਵਿਚਾਰੇ ਨੂੰ ਸਾਰੀ ਜ਼ਿੰਦਗੀ ਹਨੇਰੇ 'ਚ ਰੱਖੋਗੇ ਕਿ ਉਹ ਤੁਹਾਡਾ ਅੰਸ਼ ਹੈ? ਤੁਹਾਨੂੰ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ ਹੈ ਦੀਦੀ? ਅੱਜਕੱਲ ਕੋਈ ਫਰਕ ਨਹੀਂ ਪੈਂਦਾ ਕਿ ਬੱਚਾ ਕੌਣ ਜੰਮ ਰਿਹਾ ਹੈ। ਜ਼ਮਾਨਾ ਬਦਲ ਰਿਹਾ ਹੈ ਤੇ ਤੁਸੀਂ ਵੀ ਆਪਣੀ ਸੋਚ ਬਦਲੋ। ਅਸੀਂ ਇਹੋ ਜਿਹਾ ਕਦਮ ਇਸ ਲਈ ਚੁੱਕਿਆ ਕਿਉਂਕਿ ਸਾਡੇ ਕੋਲ ਸਰੋਗੇਸੀ ਦੇ ਇਲਾਵਾ ਹੋਰ ਕੋਈ ਰਸਤਾ ਹੀ ਨਹੀਂ ਸੀ। ਕ੍ਰਿਸ਼ਨ ਜੀ ਨੂੰ ਵੀ ਮਾਤਾ ਯਸ਼ੋਦਾ ਨੇ ਨਹੀਂ ਜੰਮਿਆ ਸੀ, ਪਰ ਫਿਰ ਵੀ ਉਹ ਮਾਤਾ ਯਸ਼ੋਦਾ ਨੂੰ ਆਪਣੀ ਮਾਂ ਹੀ ਕਹਿੰਦੇ ਸੀ ਨਾ। ਉਸੇ ਤਰ੍ਹਾਂ ਮੈਂ ਇਸ ਬੱਚੇ ਨੂੰ ਜਨਮ ਨਹੀਂ ਦੇ ਰਹੀ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਉਹਦੀ ਮਾਂ ਹੀ ਨਹੀਂ ਆ। ਆਹੋ ਭੈਣ, ਬਾਹਰ ਦੀ ਪੜ੍ਹੀ ਲਿਖੀ ਹੈ ਤਾਂ ਹੀ ਤਾਂ ਬਾਹਰ ਵਾਲੀ ਸੋਚ ਹੈ। ਬਾਹਰ ਤਾਂ ਨਿਆਣਾ ਕੋਈ ਹੋਰ ਜੰਮਦਾ ਤੇ ਰੱਖਦਾ ਉਹਨੂੰ ਕੋਈ ਹੋਰ ਹੈ। ਤਾਂ ਹੀ ਤਾਂ ਆਪਣੇ ਵੇਖਦਿਆਂ ਹੀ ਆਪਣੀ ਥਾਂ ਤੇ ਕਿਸੇ ਹੋਰ ਕੁੜੀ ਨੂੰ ਲਿਆ ਕੇ ਰੱਖਤਾ ਇਹਨੇ, ਜਿਹਦਾ ਸਹਾਰਾ ਲੈ ਕੇ ਇਸ ਘਰ ਨੂੰ ਵਾਰਸ ਦੇਣਾ ਚਾਹੁੰਦੀ ਹੈ। ਹੁਣ ਇੱਕ ਗੱਲ ਦਾ ਧਿਆਨ ਰੱਖੀ, ਕਰਨ ਨਿਆਣੇ ਦੀ ਆਸ ਵਿੱਚ ਉਧਰ ਫਿਸਲ ਨਾ ਜਾਵੇ। ਤੈਨੂੰ ਇੱਕ ਪਾਸੇ ਕਰਕੇ ਉਹਨੂੰ ਆਪਣੀ ਘਰ ਦੀ ਨੂੰਹ ਨਾ ਬਣਾ ਲਵੇ ਬਸ ਕਰਨ ਜੀ ਤੇ ਇੰਨਾ ਗੰਦਾ ਇਲਜ਼ਾਮ ਲਗਾਉਣ ਤੋਂ ਪਹਿਲਾਂ ਇੱਕ ਵਾਰੀ ਸੋਚ ਤਾਂ ਲੈਂਦੇ। ਤੁਸੀਂ ਚਾਹੇ ਮੈਨੂੰ ਕਿੰਨਾ ਮਰਜ਼ੀ ਬੁਰਾ ਕਹੋ, ਮੈਂ ਸਹਿ ਲਵਾਂਗੀ, ਕੁਝ ਨਹੀਂ ਕਹਾਂਗੀ, ਪਰ ਜੇ ਮੇਰੇ ਕਰਨ ਜੀ ਤੇ ਉਂਗਲ ਚੱਕੀ ਨਾ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਤੇ ਅੱਗੇ ਕੁਝ ਵੀ ਕਹਿਣ ਤੋਂ ਪਹਿਲਾਂ ਤੁਸੀਂ ਨਾ ਚੁੱਪਚਾਪ ਕਰਕੇ ਇੱਥੋਂ ਚਲੇ ਜਾਓ। ਜੋ ਕਰਨ ਜੀ ਬਾਰੇ ਇੰਨੀ ਗੰਦੀ ਛੋਟੀ ਸੋਚ ਰੱਖਦੇ ਨੇ, ਮੈਂ ਉਹਨੂੰ ਮਹਿਮਾਨਾਂ ਵਾਲੀ ਇੱਜ਼ਤ ਨਹੀਂ ਦੇ ਸਕਦੀ। ਚਲੋ ਚਲੀ ਜਾਂਦੀਆਂ ਨੇ, ਪਰ ਇੱਕ ਗੱਲ ਯਾਦ ਰੱਖੀ, ਤੇਰੇ ਤੋਂ ਜ਼ਿਆਦਾ ਜ਼ਿੰਦਗੀ ਦੇਖੀ ਅਸੀਂ, ਇਸੇ ਕਰਕੇ ਜਾਂਦੇ ਜਾਂਦੇ ਅਗਾਹ ਕਰ ਰਹੇ ਹਾਂ। ਇਸ ਮਰਦ ਜਾਤ ਦਾ ਕੋਈ ਭਰੋਸਾ ਨਹੀਂ ਹੁੰਦਾ, ਕਦੋਂ ਕਿੱਥੇ ਫਿਸਲ ਜਾਵੇ ਕੋਈ ਪਤਾ ਨਹੀਂ। ਜੇ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੇ ਘਰ ਵਾਲੇ ਨੂੰ ਕਿਸੇ ਜਨਾਨੀ ਦੇ ਨਾਲ ਵੰਡਾ ਤੋਂ ਤੁਲੀ ਹੋਈ ਹੈ, ਫਿਰ ਅਸੀਂ ਵੀ ਤੈਨੂੰ ਨਹੀਂ ਸਮਝਾ ਸਕਦੇ। बस बहुत बोल चुकी हैं तुसी, एक लफ्ज भी इस तो अगे बोलिया ना। ਭੂਆ ਜੀ ਕੀ ਹੋਇਆ? खा पी के साडे सिर च सवाह पा रही ने। इन्हां नूं ਇਹ ਵੀ ਨਹੀਂ ਪਤਾ ਕਿ ਕਿੱਥੇ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ। ਅਸੀਂ ਤੁਹਾਨੂੰ ਆਪਣੀ ਖੁਸ਼ੀ ਵਿੱਚ ਸ਼ਾਮਲ ਕਰਨ ਲਈ ਬੁਲਾਇਆ, ਨਾ ਕਿ ਆਪਣੀ ਖੁਸ਼ੀ ਨੂੰ ਅੱਗ ਲਾਉਣ ਵਾਸਤੇ। ਤੇ ਰਹੀ ਗੱਲ ਇਸ ਘਰ ਦੀ, ਕਰਨ ਪੁੱਤਰ ਇਸ ਘਰ ਦਾ ਵਾਰਿਸ ਹੈ, ਇਸ ਘਰ ਦੀ ਬਹੂ ਪਾਵਨੀ ਹੈ ਤੇ ਪਾਵਨੀ ਹੀ ਰਹੂਗੀ। ਰਹੀ ਗੱਲ ਮੇਰੇ ਖਾਨਦਾਨ ਦੀ, मेरे वास्ते खराना खानदान दी इज्जत दे ऊपर इस दुनिया ते कुछ भी नहीं। इस तो अगे एक लफ्ज भी बोलण तो पहला 7 बारी सोच लेना कि ना तो मैं अपनी पावनी बहू दे बारे कुछ सुन सकदी हां ते ना ही अपने कर्ण पुत्र दी शान दे खिलाफ, कि मैनू अपने खानदान दी इज्जत दे ऊपर दी कुछ भी नहीं। ਮੈਨੂੰ ਲੱਗਦਾ ਹੈ ਤੁਹਾਡੇ ਸਾਰਿਆਂ ਦੇ ਦਿਮਾਗ ਵਿੱਚ ਬੜੇ ਵਹਿਮ ਨੇ ਤੇ ਮੇਰੇ ਖਿਆਲ ਵਿੱਚ ਉਹਨਾਂ ਨੂੰ ਕੱਢਣਾ ਵੀ ਬੜਾ ਮੁਸ਼ਕਿਲ ਹੈ। ਵੇਖੋ ਜੀ, ਅਸੀਂ ਪੂਰੀ ਇੱਜ਼ਤ ਨਾਲ ਤੁਹਾਨੂੰ ਸਾਰਿਆਂ ਨੂੰ ਸਾਡੀ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ ਸੀ, ਪਰ ਅਫਸੋਸ ਦੀ ਗੱਲ ਹੈ ਕਿ ਤੁਸੀਂ ਆਪਣੇ ਨਾਲ ਆਪਣੀ ਛੋਟੀ ਸੋਚ ਵੀ ਲੈ ਕੇ ਆਏ ਹੋ। ਮੈਂ ਹੱਥ ਜੋੜ ਕੇ ਕਹਿ ਰਿਹਾ, ਇਸ ਤੋਂ ਪਹਿਲਾਂ ਕਿ ਗੱਲ ਹੋਰ ਵੱਧ ਜਾਏ, ਤੁਸੀਂ ਸਾਰੇ ਇੱਥੋਂ ਚਲੇ ਜਾਓ। ਮੈਨੂੰ ਲੱਗ ਰਿਹਾ ਕਿ ਕਰਨ ਪੁੱਤਰ ਦੀ ਦਿੱਤੀ ਹੋਈ ਇੱਜ਼ਤ ਨਾ ਤਾਂ ਤੁਹਾਨੂੰ ਹਜ਼ਮ ਹੋਈ ਹੈ ਤੇ ਨਾ ਹੀ ਰਾਸ ਆ ਰਹੀ ਹੈ। ਮੈਨੂੰ ਤੁਹਾਨੂੰ ਇੱਥੋਂ ਆਪਣੇ ਤਰੀਕੇ ਨਾਲ ਕੱਢਣ ਲਈ ਮਜਬੂਰ ਨਾ ਕਰੋ। ਮੈਂ ਆਪਣੀ ਛੱਤ ਥੱਲੇ ਕਦੇ ਕਿਸੇ ਨੂੰ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਨ ਦਿੱਤੀ, ਖਾਸ ਕਰਕੇ ਕਿਸੇ ਬਾਹਰ ਵਾਲੇ ਨੂੰ। ਪਹਿਲਾਂ ਹੀ ਤੁਸੀਂ ਬਹੁਤ ਜ਼ਿਆਦਾ ਤਮਾਸ਼ਾ ਖੜਾ ਕਰ ਚੁੱਕੀ ਹੋ। ਮੈਂ ਨਹੀਂ ਚਾਹੁੰਦੀ ਕਿ ਇਸ ਤੋਂ ਜ਼ਿਆਦਾ ਕੋਈ ਹੋਰ ਤਮਾਸ਼ਾ ਖੜਾ ਹੋਵੇ। ਇਸ ਤੋਂ ਪਹਿਲਾਂ ਦਫਾ ਹੋ ਜਾਓ।
ਆਹ ਕੁੜੀ ਕੌਣ ਆ ਜਿਹੜੀ ਕਰਨ ਦਾ ਨਿਆਣਾ ਜੰਮਦੀ ਹੈ? ਮੈਨੂੰ ਤਾਂ ਲੱਗਦਾ ਪਾਵਣੀ ਨਿਆਣਾ ਜੰਮਣ ਜੋਗੀ ਨਹੀਂ ਹੋਣੀ, ਇਸ ਕਰਕੇ ਕਰਨ ਨੇ ਦੂਜੀ ਰੱਖ ਲਈ। ਕੱਲ ਨੂੰ ਨਿਆਣਾ ਜੰਮੂਗਾ, ਉਹ ਕਿਹਨੂੰ ਮਾਂ ਕਹੂਗਾ? ਤੈਨੂੰ ਜਾਂ ਉਹਨੂੰ ਜਿਹਨੇ ਜੰਮਿਆ ਹੈ? ਦੀਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਇਹ ਬੱਚਾ ਮੇਰਾ ਤੇ ਕਰਨ ਜੀ ਦਾ ਹੈ। ਮੋਨਾ ਉਸ ਬੱਚੇ ਦੀ ਸਰੋਗੇਟ ਮਦਰ ਹੈ ਬਸ। ਸਾਨੂੰ ਸੈਰੋਗੇਟ ਦਾ ਨਹੀਂ ਪਤਾ, ਸਾਨੂੰ ਤਾਂ ਬਸ ਇੰਨਾ ਪਤਾ ਹੈ ਕਿ ਜੋ ਮਾਂ ਬੱਚਾ ਜੰਮਦੀ ਹੈ ਬੱਚਾ ਸਿਰਫ ਉਸੇ ਦਾ ਹੀ ਹੁੰਦਾ ਹੈ। मैं मनती है मैं अपनी कुखों बच्चा नहीं जम सकती, पर इसका मतलब आ तो नहीं ना कि मैं दूजी औरतों नालों कट हो गई है। सारे नु किवें समझावा कि मैं आप अपनी कुखों बच्चा जमन लई कदों दी तरस रही है। अरे लोग क्यों नहीं समझते किसी बच्चा जमन वाली तो मां नहीं हुंदी ना, ਉਹਦਾ ख्याल रखने वाली, ਉਹਦੀ देख रेख करने वाली, सारी रात ਉਹਨੂੰ ਜਾਗ ਕੇ ਸਵਾਉਣ ਵਾਲੀ, ਉਹਨੂੰ ਵੱਡਾ ਕਰਨ ਵਾਲੀ, ਹੱਦੋਂ ਵੱਧ ਪਿਆਰ ਕਰਨ ਵਾਲੀ, ਆ ਸਭ ਕਰਨ ਵਾਲੀ ਵੀ ਤਾਂ ਮਾਂ ਹੀ ਹੁੰਦੀ ਹੈ ਨਾ। आज मोना की होया? माफ कर दो दीदी, मैनू प्लीज मैनू माफ कर दो। आज पूजा में जो कुछ भी होया ना ਉਹਨੂੰ ਬਾਰ-ਬਾਰ ਸੋਚ ਕੇ ਨਾ ਮੈਨੂੰ ਤੇ ਆਪਣੇ ਆਪ ਤੇ ਗੁੱਸਾ ਆਈ ਜਾ ਰਿਹਾ। ਮੈਨੂੰ ਤੇ ਐਵੇਂ ਲੱਗ ਰਿਹਾ ਕਿ ਮੈਨੂੰ ਪੂਜਾ ਵਿੱਚ ਬੈਠਣਾ ਹੀ ਨਹੀਂ ਚਾਹੀਦਾ ਸੀ। ਪਰ ਦਿਲ ਦੀ ਗੱਲ ਦੱਸਾਂ ਦੀਦੀ, ਮੈਂ ਕਰਨ ਜੀ ਨਾਲ ਪੂਜਾ 'ਚ ਇਸ ਲਈ ਬੈਠੀ ਸੀ ਕਿਉਂਕਿ ਜਿਸ ਬੱਚੇ ਦੇ ਸਲਾਮਤੀ ਲਈ ਅਸੀਂ ਪੂਜਾ ਪਾਠ ਕਰਵਾ ਰਹੇ ਆ ਉਹ ਤੇ ਮੇਰੀ ਕੁੱਖ ਵਿੱਚ ਹੈ ਨਾ। ਮੈਂ ਤੇ ਬਸ ਇੰਨਾ ਹੀ ਚਾਹੁੰਦੀ ਸੀ ਇਸ ਪੂਜਾ ਦਾ ਸਾਰਾ ਫਲ ਇਸ ਬੱਚੇ ਨੂੰ ਮਿਲੇ। ਹੁਣ ਤੁਸੀਂ ਆਪ ਹੀ ਸੋਚੋ ਮੈਂ ਕੀ ਗਲਤ ਕੀਤਾ ਦੀਦੀ। ਤੂੰ ਨਾ ਚੱਲ ਯਾਰੀ ਗੱਲ ਨਾ ਕਰ। ਅੱਛਾ ਫਿਰ ਇੱਥੇ ਆ। ਪਹਿਲਾਂ ਤਾਂ ਇਹ ਰੋਣਾ ਧੋਣਾ ਬੰਦ ਕਰ। ਤੂੰ ਜੋ ਸੋਚਿਆ ਨਾ ਬਿਲਕੁਲ ਠੀਕ ਸੋਚਿਆ। ਤੇਰੀ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਵੀ ਲੱਗ ਰਿਹਾ ਕਿ ਤੂੰ ਜੋ ਕੀਤਾ ਉਹ ਬਿਲਕੁਲ ਠੀਕ ਹੀ ਕੀਤਾ। ਪਰ ਮੋਨਾ ਜੇ ਤੂੰ ਆ ਗਈ ਮੈਨੂੰ ਤੇ ਕਰਨ ਜੀ ਨੂੰ ਸਾਰਿਆਂ ਦੇ ਸਾਹਮਣੇ ਜਾਂ ਇੱਕ ਪਾਸੇ ਜਾ ਕੇ ਕਹਿ ਦਿੰਦੀ ਤਾਂ ਕਿ ਹੋਰ ਚੰਗਾ ਨਹੀਂ ਹੁੰਦਾ। ਵੇਖ ਮੈਂ ਨਾ ਤੇਰੇ ਤੇ ਪੂਰਾ ਭਰੋਸਾ ਕਰਦੀ, ਪਰ ਇਸ ਦਾ ਮਤਲਬ ਆਤਾ ਨਹੀਂ ਨਾ ਕਿ ਤੂੰ ਸਾਰੇ ਪਰਿਵਾਰ ਤੇ ਮਹਿਮਾਨਾਂ ਨੂੰ ਨਜ਼ਰਅੰਦਾਜ਼ ਕਰਕੇ ਆਪ ਫੈਸਲਾ ਲੈ ਲਵੇ। ਦੀਦੀ ਜੇ ਮੈਂ ਕਰਮਾ ਪੱਟੀ ਕਦੇ ਟੱਬਰ ਵਿੱਚ ਰਹੀ ਹੋਵਾਂ ਤੇ ਮੈਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਨਾ ਦੀਦੀ, ਮੈਂ ਸੌਂ ਖਾ ਕੇ ਕਹਿੰਦੀ ਆ ਕਿ ਮੇਰੇ ਦਿਲ ਵਿੱਚ ਤਾਂ ਇਸ ਬੱਚੇ ਦੇ ਸਿਵਾ ਹੋਰ ਕੁਝ ਵੀ ਨਹੀਂ ਸੀ। ਮੇਰੇ ਦਿਲ ਵਿੱਚ ਤੇ ਇੱਕ ਵਾਰ ਵੀ ਇਹ ਗੱਲ ਨਹੀਂ ਆਈ ਕਿ ਮੇਰੇ ਇਸ ਫੈਸਲੇ ਕਰਕੇ ਤੈਨੂੰ ਸਾਰਿਆਂ ਦੀਆਂ ਇੰਨੀਆਂ ਗੱਲਾਂ ਸੁਣਨੀਆਂ ਪੈਣਗੀਆਂ। ਮੈਂ ਦਿਲੋਂ ਕਹਿੰਦੀ ਆ ਦੀਦੀ ਕਿ ਮੈਂ ਅੱਜ ਤੋਂ ਬਾਅਦ ਅਜਿਹਾ ਕੁਝ ਵੀ ਨਹੀਂ ਕਰਾਂਗੀ ਕਿ ਜਿਸ ਕਰਕੇ ਕੋਈ ਬਾਹਰ ਦਾ ਬੰਦਾ ਇਸ ਟੱਬਰ ਬਾਰੇ ਕੁਝ ਮਾੜਾ ਬੋਲੇ। ਹੁਣ ਤੁਸੀਂ ਆਪ ਹੀ ਸੋਚੋ ਦੀਦੀ, ਜੇ ਮੇਰੇ ਦਿਲ ਵਿੱਚ ਏਦਾਂ ਦਾ ਕੁਝ ਵੀ ਹੁੰਦਾ ਤੇ ਮੈਂ ਇਸ ਬੱਚੇ ਨੂੰ ਕਿਉਂ ਜੰਮ ਰਹੀ ਹੁੰਦੀ। ਓਹੋ ਮੋਨਾ ਤੈਨੂੰ ਕੁਝ ਵੀ ਤਾਂ ਨਹੀਂ ਕਹਿ ਰਹੀ ਮੈਂ ਹੁਣ। ਵੇਖ ਤੂੰ ਨਾ ਰੋਣਾ ਬੰਦ ਕਰ। ਤੂੰ ਪ੍ਰੈਗਨੈਂਟ ਹੈ ਤੇ ਪ੍ਰੈਗਨੈਂਸੀ ਵਿੱਚ ਨਾ ਇੰਨਾ ਸਟ੍ਰੈਸ ਨਹੀਂ ਲਿਆ ਕਰਦੇ, ਠੀਕ ਹੈ? ਤੂੰ ਚੁੱਪ ਹੋ ਜਾ ਹੁਣੇ ਦੇ ਹੁਣੇ। ਨਹੀਂ ਹੋ ਸਕਦੀ ਦੀਦੀ, ਮੇਰੇ ਹੰਝੂਆਂ ਤੇ ਮੇਰਾ ਉਦੋਂ ਤੱਕ ਜ਼ੋਰ ਨਹੀਂ ਚੱਲਣਾ ਜਦੋਂ ਤੱਕ ਤੁਸੀਂ ਮੈਨੂੰ ਦਿਲੋਂ ਮਾਫ ਨਹੀਂ ਕਰ ਦਿੰਦੇ। ਦੀਦੀ ਮੈਂ ਸੱਚੀ ਤੁਹਾਨੂੰ ਆਪਣੀ ਸਗੀ ਭੈਣ ਮੰਨਣ ਲੱਗ ਪਈ ਆ ਔਰ ਇਸ ਪਰਿਵਾਰ ਨੂੰ ਆਪਣਾ ਸਗਾ ਪਰਿਵਾਰ। ਦੀਦੀ ਬਸ ਆਖਰੀ ਵਾਰ ਆਪਣੀ ਛੋਟੀ ਭੈਣ ਨੂੰ ਮਾਫ ਕਰ ਦਿਓ ਨਾ। हाँ बाबा हाँ, मैं माफ करता, ठीक है ना? हुण तू ना चुप हो जा। मेरे दिल में ना तेरे लिए कोई गुस्सा हैगा ना ही कोई गिला शिकवा। अपने हंझुआ नूं अपने वस विच करके ना हुण तू चुप हो जा, समझ गई ना?
ਹੱਦੋਂ ਵੱਧ ਭੋਲੀ ਹੈ ਪਾਵਨੀ ਵੀ। ਇਹਨੂੰ ਬੇਵਕੂਫ ਬਣਾਉਣਾ ਕੋਈ ਔਖਾ ਕੰਮ ਨਹੀਂ। ਵੈਸੇ ਜੇ ਇਸ ਘਰ ਵਿੱਚ ਪੱਕੇ ਤੌਰ ਤੇ ਰਹਿਣਾ ਹੈ ਤੇ ਇਹਨਾਂ ਵਾਂਗ ਹੀ ਐਸ਼ੋ ਆਰਾਮ ਕਰਨਾ ਹੈ ਤਾਂ ਇਹ ਪਾਵਨੀ ਦੇ ਭੋਲੇਪਨ ਦਾ ਫਾਇਦਾ ਤੇ ਚੁੱਕਦੇ ਰਹਿਣਾ ਪਊਗਾ। ਨੂਰ, ਅਸੀਂ ਤਾਂ ਕਾਮਿक्स ਇਕੱਠੇ ਪੜ੍ਹਨੀਆਂ ਸੀ ਨਾ, ਫਿਰ ਤੂੰ ਇਕੱਲੇ ਕਿਉਂ ਪੜ੍ਹ ਰਿਹਾ? हाँ सोचा तो बड़ा कुछ सी, पर हुन तू अपनी मर्जी चलाने लग गई है ना, इसलिए मैं कल्ला पढ़ रहा। मर्जी? पर मैं अपनी केड़ी मर्जी चलाई? जा जाके पूछ अपने दीपू दोस्त नु, वही तेरा पक्का दोस्त है ना, उधर नाले कॉमिक्स पढ़िया कर। मैंने तंग ना कर। तू मेरे नाल गुस्सा क्यों है? जिਵੇਂ दीपू मेरा पक्का दोस्त है ना, तू भी मेरा पक्का दोस्त है। नाले दोस्त एवं थोड़ा ना करते ने। कोई दोस्त दोस्त नहीं उनमें तेरा, ऐस पहले मैं तेरे नाल कोई गल नहीं करनी। जा इथों जा अपने दीपू दोस्त को। थैंक यू बुआ जी, आज सच्ची तुसी काफ़ी मदद की है ते देख के मैंने सच्ची बड़ा चंगा लगे। मेरी गल सुन लो करण पुत्र, ਜਦੋਂ ਤੁਸੀਂ ਦੋਨਾਂ ਨੇ ਇਸ ਖਾਨਦਾਨ ਨੂੰ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਨਾ ਛੱਡਿਆ ਤਾਂ ਕਿਸੇ ਨੇ ਤਾਂ ਇਸ ਖਾਨਦਾਨ ਦੀ ਇੱਜ਼ਤ ਬਚਾਉਣ ਵਾਸਤੇ ਅੱਗੇ ਆਉਣਾ ਹੀ ਸੀ ਨਾ। ਮੈਂ ਤੁਹਾਨੂੰ ਪਹਿਲੇ ਦਿਨ ਤੋਂ ਦੋਨਾਂ ਨੂੰ ਆਗਾਹ ਕਰ ਰਹੀ ਸੀ ਕਿ ਤੁਹਾਡੇ ਇਸ ਫੈਸਲੇ ਨੇ ਕੋਈ ਨਾ ਕੋਈ ਨਵਾਂ ਚੰਨ ਜ਼ਰੂਰ ਚੜ੍ਹਨਾ ਹੈ ਤੇ ਮੈਂ ਤੁਹਾਨੂੰ ਬਗਾਨੀ ਕੁੜੀ ਦੀ ਕੁੱਖ ਦਾ ਸਹਾਰਾ ਲੈਣ ਤੋਂ ਵੀ ਰੋਕ ਰਹੀ ਸੀ, ਪਰ ਨਹੀਂ, ਦੇਖ ਲਓ ਨਤੀਜਾ ਤੁਹਾਡੇ ਸਾਹਮਣੇ ਆ। ਲੋਕ ਸਾਡੇ ਮੂੰਹ ਤੇ ਆ ਕੇ ਸਾਡੇ ਘਰ ਦੇ ਅੰਦਰ ਆ ਕੇ ਸਾਨੂੰ ਮਾੜਾ ਚੰਗਾ ਬੋਲ ਕੇ ਗਏ ਨੇ, ਜਦ ਕਿ ਖਰਾਣਾ ਖਾਨਦਾਨ ਦੇ ਸਾਹਮਣੇ ਅੱਖ ਚੱਕ ਪਾ ਕੇ ਕਿਸੇ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਸੀ। ਤੈਨੂੰ ਕੀ ਲੱਗਦਾ ਕਿ ਤੇਰੀਆਂ ਚਾਰ ਖਰੀਆਂ ਖੋਟੀਆਂ ਸੁਣਾਉਣ ਤੇ ਲੋਕਾਂ ਦੀ ਜ਼ਬਾਨ ਬੰਦ ਹੋ ਜਾਏਗੀ, ਲੋਕ ਚੁੱਪ ਕਰ ਜਾਣਗੇ? ਨਹੀਂ ਕਰਨ ਪੁੱਤਰ, ਅਸੀਂ ਅੱਜ ਲੋਕਾਂ ਲਈ ਮਜ਼ਾਕ ਦੇ ਪਾਤਰ ਬਣ ਕੇ ਰਹਿ ਗਏ ਆ ਕਰਨ ਪੁੱਤਰ, ਸਮਝ ਗਿਆ ਨਾ? कोई नहीं बुआ जी, जो लोग सोचते ने उन्होंने सोच लैन दियो। जे कुछ भी गलत नहीं किया तब सानू परवाह करने की की लोड़ है? ਕਿਹੜੀ ਕਿਹੜੀ ਗੱਲ ਦੀ ਪਰਵਾਹ ਨਾ ਕਰੀਏ ਪਾਵਨੀ ਬਹੂ, ਮੈਨੂੰ ਦੱਸ ਜਰਾ ਕਿਹੜੀ ਕਿਹੜੀ ਗੱਲ ਦੀ ਪਰਵਾਹ ਕਰਨੀ ਛੱਡ ਦਿਆਂ ਮੈਂ ਕਿ ਤੇਰੇ ਪਿਓ ਨੇ ਵਿਆਹ ਵੇਲੇ ਸਾਡੇ ਤੋਂ ਸੱਚ ਲੁਕੋਇਆ ਸੀ ਤੇ ਝੂਠ ਬੋਲਿਆ ਸੀ ਕਿ ਤੇਰੀ ਕੁੱਖ ਕਦੇ ਹਰੀ ਨਹੀਂ ਹੋ ਸਕਦੀ। ਮੈਂ ਉਸ ਗੱਲ ਦੀ ਪਰਵਾਹ ਵੀ ਛੱਡ ਦਿੱਤੀ। ਉਸ ਤੋਂ ਬਾਅਦ ਤੁਸੀਂ ਦੋਨੇ ਜਾਣੇ ਮੇਰੇ ਤੋਂ ਚੋਰੀ ਟੀਕੇ ਟਾਮਣ ਕਰਾਉਂਦੇ, ਬੱਚਾ ਹੋਣ ਲਈ ਇਲਾਜ ਕਰਾਉਂਦੇ ਫਿਰੀ ਗਏ। ਮੈਂ ਉਸ ਗੱਲ ਦੀ ਪਰਵਾਹ ਕਰਨੀ ਵੀ ਛੱਡ ਦਿੱਤੀ ਤੇ ਉਸ ਤੋਂ ਬਾਅਦ ਤੁਸੀਂ ਆ ਇੰਨੀ ਵੱਡੀ ਬੇਸ਼ਰਮੀ ਧਾਰ ਲਈ। ਦੱਸੋ ਮੈਂ ਕਿਵੇਂ ਚੁੱਪ ਹੋ ਜਾ ਇਸ ਵੇਲੇ ਵੀ, ਇਸ ਵਾਸਤੇ ਵੀ ਕਿਵੇਂ ਚੁੱਪ ਹੋ ਜਾ ਮੈਂ? बुआ जी तुसी गलत सोच रहे हो। पावनी दे विआह तो पहला पापा जी नूं ਇਹ ਕਿਵੇਂ ਪਤਾ ਹੋਗਾ ਕਿ ਉਹ ਬੱਚਾ ਨਹੀਂ ਜੰਮ ਸਕਦੀ? ਚੁੱਪ ਹੋ ਜਾ ਕਰਨ ਪੁੱਤਰ, ਜਿਸ ਦਿਨ ਤੂੰ ਇਹਦਾ ਪੱਲਾ ਫੜਿਆ ਨਾ ਤਾਂ ਭੂਆ ਦਾ ਲੜ ਤਾਂ ਤੂੰ ਛੱਡ ਹੀ ਦਿੱਤਾ ਹੈ। ਇਹਨਾਂ ਨੇ ਸਾਡੇ ਤੋਂ ਸੱਚ ਲੁਕੋਇਆ ਤਾਂ ਲੁਕੋਇਆ ਹੈ। ਇਹ ਜਿਹੜੀ ਇਸ ਘਰ 'ਚ ਬੇਸ਼ਰਮੀ ਚੱਲ ਰਹੀ ਹੈ ਨਾ, ਇਸ ਦੀ ਜ਼ਿੰਮੇਦਾਰ ਵੀ ਤੂੰ ਹੀ ਹੈ ਪਾਵਨੀ ਬਹੂ, ਤੂੰ ਹੀ। ਮੇਰੇ ਇਸ ਭੋਲੇ ਪਾਲੇ ਕਰਨ ਦੇ ਤੂੰ ਹੀ ਕੰਨ ਭਰਦੀ ਏ। ਮੈਂ ਤੁਹਾਨੂੰ ਦੋਨਾਂ ਨੂੰ ਪਹਿਲਾਂ ਦੱਸ ਰਹੀ ਹਾਂ, ਇਹਨਾਂ ਗੱਲਾਂ ਦੇ ਕਦੀ ਨਤੀਜੇ ਚੰਗੇ ਨਹੀਂ ਨਿਕਲਦੇ। ਮੇਰੀ ਗੱਲ ਨੂੰ ਘੁੱਟ ਕੇ ਲੜ ਬੰਨ ਲਓ ਅੱਜ ਤੋਂ। ਤੁਹਾਡੇ ਦੋਨਾਂ ਦੇ ਇਸ ਘਰੇ ਨੇ ਨਾ ਮੈਨੂੰ ਕਿਤੇ ਆ ਮੂੰਹ ਵਿਖਾਉਣ ਜੋਗੀ ਨਹੀਂ ਛੱਡਿਆ। ਖੁਰਾਣਾ ਖਾਨਦਾਨ ਦਾ ਵਾਰਿਸ ਹੁਣ ਕੋਈ ਸੱਤ ਬਗਾਨੀ ਜੰਮ ਕੇ ਦਊਗੀ। ਵਾਹ ਕਰਨ ਪੁੱਤਰ ਵਾਹ। ਉਹ ਜੇਕਰ ਉਹ ਜੰਮ ਵੀ ਪਿਆ ਤਾਂ ਤੁਹਾਨੂੰ ਲੱਗਦਾ ਕਿ ਉਹ ਇਸ ਖਾਨਦਾਨ ਦਾ ਵਾਰਿਸ ਕਹਿਲਾਏਗਾ? ਹੁਣ ਚਾਹੇ ਤੂੰ ਗਲੀ ਗਲੀ ਜਾ ਕੇ ਗਲ ਵਿੱਚ ਢੋਲ ਪਾ ਕੇ ਵੀ ਮਨਿਆਦੀ ਕਰਾ ਲਾ ਪਾਵਨੀ ਬਹੂ, ਤੇ ਸੱਚ ਇਹੀ ਰਹਿਣਾ ਹੈ, ਇਹੀ ਸੱਚ ਰਹਿਣਾ ਹੈ ਕਿ ਉਸ ਬੱਚੇ ਨੂੰ ਤੂੰ ਜਨਮ ਨਹੀਂ ਦਿੱਤਾ, ਉਸ ਨੂੰ ਜਨਮ ਦੇਣ ਵਾਲੀ ਕੋਈ ਹੋਰ ਹੈ। ਕਦੇ ਆਪ ਬੈਠ ਕੇ ਸੋਚੀ ਕੀ ਹੱਕ ਹੋਊਗਾ ਤੇਰਾ ਉਹਦੇ ਤੇ? ਹਾਂ, कृष्ण जी नूं यशोदा जी ने पाल पोस के वड्डा जरूर कीता सी, पर
आखिर वो गए सी अपनी मां देवकी कोले क्यों? क्योंकि उन्हां दे असल जम्मण वाली देवकी माता सी उन्हां दी। तुहाडे दोनां दे इस फैसले ने खराना खानदान दी सदियां दी कमाई इज्जत नूं मिट्टी विच रोल के रखता है। करण पुत्र मिट्टी विच रोल के रख दिता है। अज हर एक बंदा साडे मुंह ते साडा मजाक उड़ा रिहा सी कि वेखो वेखो करण किवें प्यो बन रहा है। घर वाली तां इस दे पावनी है ते बच्चा इसनूं कोई बाहर वाली जम के दे रही है। अज सानू ये सब कुछ ना लोकां कोलों सुनना पैंदा। जेकर तेरी कुख बंजर ना हुंदी पावनी बहू। अजीब पावनी 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 प्लीज मेरे नाल गल कर प्लीज। पावनी पावनी प्लीज दरवाजा खोल ना। तेनू दुखी होने की बिल्कुल भी लोड़ नहीं है। तू ते भूआ जी नू चंगी तरह जानदी है ना पावनी। वो कुछ भी कह देंदे ने उन्हां दी गल नू तू दिल ते ना ला। तू प्लीज मेरे नाल गल कर। पावनी दरवाजा खोल। पावनी दरवाजा खोल ना प्लीज। घर वाली तां इस दे पावनी है ते बच्चा इसनूं कोई बाहर वाली जम के दे रही है। अज सानू ये सब कुछ ना लोकां कोलों सुनना पैंदा। जेकर तेरी कुख बंजर ना हुंदी पावनी बहू। पावनी प्लीज एवे ना कर। तू चंगी तरह जानदी है कि मैं तेरी अखां विच हंझू नहीं वेख सकदा। पावनी प्लीज तू मेरे नाल गल कर। मैनू बड़ी फिक्र हो रही है। प्लीज दरवाजा खोलना। पावनी एवे कल्ले रोने नाल की होने वाला है। मैं बाहर ही खड़ा। तू मेरे नाल गल कर ले प्लीज। वेख तू अपने नालों मैनू वख ना समझ। तेरा दुख मेरा ही दुख है ना। ਤੁਸੀਂ ਮੇਰੇ ਦੁੱਖ ਨੂੰ ਕਦੇ ਵੀ ਨਹੀਂ ਸਮਝ ਸਕਦੇ ਕਰਨ ਜੀ। ਮੈਂ ਚਾਹੇ ਕੁਝ ਵੀ ਕਰ ਲਵਾਂ ਪਰ ਇਹ ਤਾਂ ਸੱਚੀ ਹੈ ਨਾ ਕਿ ਅੱਜ ਮੈਂ ਇੱਕ ਮਾਂ ਹਾਂ। ਇਹ ਗੱਲ ਮੈਨੂੰ ਅੰਦਰ ਹੀ ਅੰਦਰ ਕਿੰਨਾ ਦੁੱਖ ਪਹੁੰਚਾ ਰਹੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ। हाँ पावनी तू बिल्कुल सही कह रही है। हो सकता है कि तेरे दर्द नू मैं महसूस नहीं कर सकता पावनी पर समझ ते सकदा ना। वेख अपना दुख ना किसी दे नाल शेयर करके वो कट जाता है पर जे असी उस दर्द नू अंदर ही अंदर दब लेने आते तो कोई भी इंसान खुश नहीं रह सकता। पावनी तू ऐसा क्यों सोच रही है? तू आने वाले बच्चे बारे सोच ना। वो इतनी चिंता क्यों कर रही है? ਪਹਿਲਾਂ ਨਹੀਂ ਸੀ ਕਰਨ ਜੀ ਹੁਣ ਹੋਣ ਲੱਗ ਪਈ ਹੈ। ਤੁਸੀਂ ਆਪ ਹੀ ਸੋਚੋ ਜਦੋਂ ਬੱਚਾ ਵੱਡਾ ਹੋਊਗਾ ਤੇ ਉਹਨੂੰ ਇਹ ਸਾਰੇ ਸੱਚ ਦਾ ਪਤਾ ਚੱਲੂਗਾ ਤਾਂ ਆਪਾਂ ਕੀ ਕਰਾਂਗੇ? ਤੇ ਫਿਰ ਕੀ ਪਾਵਨੀ ਜੇ ਉਹਨੂੰ ਸੱਚ ਪਤਾ ਚੱਲ ਵੀ ਗਿਆ ਤੇ ਅਸੀਂ ਉਹਨੂੰ ਸੱਚ ਦੱਸ ਦਿਆਂਗੇ ਭਲੇ ਹੀ ਉਹ ਕਿਸੇ ਹੋਰ ਦੀ ਕੁੱਖ ਤੋਂ ਜੰਮਿਆ ਹੋਵੇ ਪਰ ਹੈ ਤੇ ਸਾਡਾ ਹੀ ਖੂਨ ਨਾ ਤੇਰਾ ਤੇ ਮੇਰਾ ਨਾ ਪਾਵਨੀ। ਤੇ ਤੂੰ ਇੰਨੀ ਦੂਰ ਦੀ ਕਿਉਂ ਸੋਚ ਰਹੀ ਹੈ ਪਾਵਨੀ? ਫਿਲਹਾਲ ਤੇ ਇਹ ਸੋਚਣਾ ਜ਼ਰੂਰੀ ਹੈ ਕਿ ਅਸੀਂ ਉਸ ਆਉਣ ਵਾਲੇ ਬੱਚੇ ਨੂੰ ਕਿਵੇਂ ਪਾਲਾਂਗੇ ਉਹਨੂੰ ਕਿਵੇਂ ਦੇ ਸੰਸਕਾਰ ਦੇਵਾਂਗੇ। ਤੂੰ ਮੇਰੀ ਗੱਲ ਸਮਝ ਰਹੀ ਹੈ ਨਾ? ਮੈਂ ਕੁਝ ਗਲਤ ਨਹੀਂ ਕਹਿ ਰਿਹਾ। सच दसा पावनी ते इन्हां ही गल्लां नूं फेस करन तो मैं डर रहा सी। मैं चंगी तरह जानदा सी पावनी कि एक ना एक दिन तैनूं इह गल्लां नूं फेस ते करना ही पैना है। सब कुछ सुनना पैना है। इसलिए मैं सरोगसी नूं अवॉइड कर रहा सी उहदे अगेंस्ट सी। इहो जी गल्लां तैनूं बड़ा दुख पहुंचांदी है पावनी। इस तो चंगा ते मैं बेऔलाद ही सही सी। नहीं करण जी कम से कम ਤੁਸੀਂ ਇਹ ਤਾਂ ਨਾ ਕਹੋ ਨਾ ਤੁਸੀਂ ਬੇਔਲਾਦ ਹੀ ਠੀਕ ਸੀ। ਹਾਂ ਮੈਨੂੰ ਉਹ ਜੀ ਦੀ ਗੱਲ ਦਾ ਬੁਰਾ ਲੱਗਿਆ। ਤੁਸੀਂ ਆਹ ਤਾਂ ਸੋਚੋ ਕਿ ਮਾਤਾ ਰਾਣੀ ਨੇ ਸਾਡੇ ਤੇ ਆਪਣੀ ਕਿੰਨੀ ਕਿਰਪਾ ਕੀਤੀ ਹੈ। ਚੰਗੀ ਰਾਹ ਤੱਕ ਪਹੁੰਚਣ ਲਈ ਥੋੜੀ ਬਹੁਤੀ ਤਾਂ ਮੁਸ਼ਕਿਲਾਂ ਤਾਂ ਸਹਿਣੀਆਂ ਹੀ ਪੈਣਗੀਆਂ ਨਾ। ਆਹ ਤਾਂ ਸਾਡੀ ਪ੍ਰੀਖਿਆ ਦੀ ਘੜੀ ਹੈ। तो मैं भी यही कह रहा ना पावनी जैसे ये कदम चुक ही लिया है तो फिर ए बारे सोच के की आ हुई ना गल
ਤੇ ਅੱਜ ਇਸ ਖਾਸ ਮੌਕੇ ਤੇ ਮੈਂ ਤੇਰੇ ਲਈ ਕੁਝ ਖਾਸ ਲੈ ਕੇ ਆਇਆ। ਕੀ ਲਿਆਇਓ ਤੁਸੀਂ ਕਰਨ ਜੀ? ਕੀ ਕਰਨ ਲੱਗੇ ਹੋ? थानेदारनीए एक मिनट ते रुक जा, सब्र ते रख, बस हुने लेके आया। पावनी ਅਸੀਂ ਮਾਪਿਓ ਬਣਨ ਜਾ ਰਹੇ ਹਾਂ ਤੇ ਸਾਡੇ ਬੱਚੇ ਨੂੰ ਕੁੱਖ ਵਿੱਚ 3 ਮਹੀਨੇ ਹੋ ਗਏ ਨੇ ਤੇ ਇਸ ਖਾਸ ਮੌਕੇ ਤੇ ਆਪਣੀ ਖਾਸ ਲਈ ਮੈਂ ਇੱਕ ਖਾਸ ਤੋਹਫਾ ਲੈ ਕੇ ਆਇਆ। ਤੋਹਫਾ ਕਬੂਲ ਕਰੋ ਜਨਾਬ। ਵੇਖ ਕੇ ਰਿਓ, ਖੋਲ ਕੇ ਤੇ ਵੇਖੋ। ਕਿਵੇਂ ਲੱਗੇ? ਬਹੁਤ ਸੋਹਣੇ। ਇਹ ਹੋਰ ਵੀ ਸੋਹਣੇ ਹੋ ਜਾਣੇ ਪਾਵਨੀ ਜਦੋਂ ਮੈਂ ਇਹਨਾਂ ਤੇ ਸਾਡੇ ਨਾਂ ਦਾ ਅੱਖਰ ਲਿਖਵਾਵਾਂਗਾ। ਹਾਂ ਪਾਵਨੀ, ਤੇਰੇ ਤੇ ਮੇਰੇ ਨਾਂ ਦਾ ਅੱਖਰ। ਅਸੀਂ ਮਾਪਿਓ ਬਣਨ ਵਾਲੇ ਹਾਂ, ਸਾਡਾ ਬੱਚਾ ਆਉਣ ਵਾਲਾ ਹੈ, ਤੇਰਾ ਤੇ ਮੇਰਾ।